ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਨੂੰ ਸੰਘਰਸ਼ ਸ਼ੁਰੂ ਕਰਨ ਲਈ ਦੇਰ ਨਹੀਂ ਕਰਨੀ ਚਾਹੀਦੀ। ਦੇਖਿਆ ਗਿਆ ਹੈ ਕਿ ਕਿਸੇ ਰੋਗ ਦਾ ਵਕਤ ਸਿਰ ਇਲਾਜ ਨਾ ਕੀਤਾ ਜਾਏ ਤਾਂ ਫਿਰ ਉਹ ਰੋਗ ਲਾ ਇਲਾਜ ਹੋ ਜਾਂਦਾ ਹੈ। ਜ਼ਖਮ ਦੀ ਵਕਤ ਸਿਰ ਮਰਹਮ ਪੱਟੀ ਨਾ ਕੀਤੀ ਜਾਏ ਤਾਂ ਉਹ ਨਾਸੁਰ ਬਣ ਜਾਂਦਾ ਹੈ। ਔਰ ਤਜਰਬੇ ਦੀ ਬਣਾ ਤੇ ਸਮੇਂ ਨੂੰ ਦੇਖ ਕੇ ਕਦਮ ਨਾ ਪੁੱਟਿਆ ਜਾਏ ਤਾਂ ਕਦਮ ਮੰਜ਼ਿਲ ਤੱਕ ਨਹੀਂ ਪਹੁੰਚਦੇ। ਜੈਸੇ ਰੁੱਤ ਦੇ ਮੁਤਾਬਿਕ ਬੋਇਆ ਹੋਇਆ ਬੀਜ ਹੀ ਪੂਰਨ ਤੌਰ ਤੇ ਫਲੀਭੂਤ ਹੁੰਦਾ ਹੈ, ਹੂਬਹੂ ਜੋ ਮਾਹੌਲ ਇਸ ਵਕਤ ਬਣਿਆ ਹੋਇਆ ਹੈ, ਅਗਰ ਵਕਤ ਸਿਰ ਕ੍ਰਾਂਤੀ ਨਾ ਆਈ ਤਾਂ ਇਹ ਰੋਗ ਨਾਸੁਰ ਬਣ ਕੇ ਕੌਮ ਦੇ ਸਿਰ ਤੇ ਅਸਵਾਰ ਰਹੇਗਾ ਔਰ ਲੰਬੇ ਸਮੇਂ ਤੱਕ ਲਾ ਇਲਾਜ ਵੀ। ਔਰ ਕਿਧਰੇ ਇਹ ਨਾ ਹੋਵੇ ਕਿ ਕੌਮ ਦੀ ਮੁਰਦਗੀ ਦਾ ਕਾਰਨ ਬਣ ਜਾਏ। ਦੁਨੀਆ ਵਿੱਚ ਪਤਾ ਨਹੀਂ ਕਿਤਨੀਆਂ ਕੌਮਾਂ ਮਿਟ ਗਈਆਂ ਕਿਉਂਕਿ ਉਹਨਾਂ ਦਾ ਵਕਤ ਸਿਰ ਇਲਾਜ ਨਾ ਹੋਇਆ, ਕਿਤਨੀਆਂ ਤਹਿਜੀਬਾਂ ਮਿਟ ਗਈਆਂ, ਕਿਤਨੇ ਸਿਧਾਂਤ ਖੋ ਗਏ। ਇਸੇ ਤਰੀਕੇ ਨਾਲ ਵਕਤ ਹੈ, उन्हें संभालना पवेगा और जाबजा ਥਾਂ ਥਾਂ ਉਸਾਰੂ ਰੁਚੀਆਂ ਨੂੰ ਉਜਾਗਰ ਕਰਕੇ ਕ੍ਰਾਂਤੀ ਦੀ ਲਹਿਰ ਚਲਾਣੀ ਪਵੇਗੀ। ਇਸ ਵਿੱਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਬਹੁ ਗਿਣਤੀ ਵਿੱਚ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਕੋਰਾ ਰਾਜਨੀਤਿਕ ਹੈ। ਉਹ ਤਖਤ ਤੱਕ ਪਹੁੰਚਣਾ ਚਾਹੁੰਦੇ ਨੇ। ਜਗਤ ਨੂੰ ਗੁਰੂ ਤੱਕ ਪਹੁੰਚਾਉਣ ਦਾ ਉਹਨਾਂ ਦਾ ਕੋਈ ਮੁੱਦਾ ਨਹੀਂ ਹੈ ਤੇ ਰਹਿ ਗਏ ਗ੍ਰੰਥੀ, ਰਾਗੀ ਤੇ ਪ੍ਰਚਾਰਕ ਢਾਂਚਾ ਇਹ ਮੁਲਾਜ਼ਮ ਹੈ, ਮਾਤਹਿਤ ਹੈ। ਰਾਜਨੀਤਿਕ ਦੇ ਮਾਤਹਿਤ ਕੰਮ ਕਰਨ ਵਾਲਾ ਧਾਰਮਿਕ ਨਹੀਂ ਰਹਿ ਸਕੇਗਾ। ਧਰਮ ਤਾਂ ਸੁਤੰਤਰਤਾ ਹੈ, ਧਰਮ ਤਾਂ ਪ੍ਰੇਮ ਹੈ, ਧਰਮ ਤਾਂ ਸਮਦ੍ਰਿਸ਼ਟੀ ਹੈ ਜੋ ਰਾਜਨੀਤਿਕ ਕੋਲ ਨਹੀਂ ਹੁੰਦੀ ਤੇ ਰਾਜਨੀਤਿਕ ਦੇ ਮਾਤਹਿਤ ਕੰਮ ਕਰਨ ਵਾਲੇ ਕਰਿੰਦਿਆਂ ਕੋਲ ਵੀ ਇਹ ਕੁਝ ਨਹੀਂ ਹੁੰਦੀ। ਲਿਹਾਜ਼ਾ ਗ੍ਰੰਥੀ ਗ੍ਰੰਥੀ ਦੀ ਨਿੰਦਾ ਕਰ ਰਿਹਾ ਹੈ, ਰਾਗੀ ਰਾਗੀ ਦਾ ਰਸਤਾ ਰੋਕ ਰਿਹਾ ਹੈ, ਪ੍ਰਚਾਰਕ ਪ੍ਰਚਾਰ ਦੇ ਮਾਰਗ ਦਾ ਰੋੜਾ ਬਣ ਰਿਹਾ ਹੈ ਔਰ ਪ੍ਰਚਾਰਕ ਨੂੰ ਪ੍ਰਚਾਰਕ ਚੰਗਾ ਨਹੀਂ ਲੱਗ ਰਿਹਾ। ਇੱਕ ਦੂਜੇ ਦੀਆਂ ਤੁਰਟੀਆਂ ਇਸ ਤਰ੍ਹਾਂ ਲੱਭਣੀਆਂ ਨੇ ਕਿ ਇੱਕ ਦੂਜੇ ਦੇ ਰਸਤੇ ਰੋਕੇ ਜਾਣ, ਕਿਉਂਕਿ ਰਾਜਨੀਤਿਕ ਦੀ ਤਰ੍ਹਾਂ ਇਹ ਵੀ ਸਵਾਰਥੀ ਹੋ ਗਿਆ ਹੈ। ਰਾਜਨੀਤਿਕ ਦਾ ਸਵਾਰਥ ਹੈ ਰਾਜਨੀਤੀ ਵਿੱਚ ਪ੍ਰਭੂਤਾ ਹਾਸਲ ਕਰਨਾ ਜਾਂ ਹੋਰ ਤਰੀਕਿਆਂ ਨਾਲ ਆਪਣੀ ਆਰਥਿਕ ਪੋਜੀਸ਼ਨ ਮਜ਼ਬੂਤ ਕਰਨਾ, ਕਿਉਂਕਿ ਬੇਸ਼ਤਰ ਪ੍ਰਬੰਧਕਾਂ ਦੀਆਂ ਨਿਗਾਹਾਂ ਗੋਲਕਾਂ 'ਤੇ ਹਨ। ਜਿੱਥੇ ਰਾਜਨੀਤਿਕ ਤੇ ਆਰਥਿਕ ਸਵਾਰਥ ਕਰਕੇ ਪ੍ਰਬੰਧਕ ਤੇ ਪ੍ਰਬੰਧਕੀ ਢਾਂਚਾ ਰਸਾਤਲ ਵਿੱਚ ਜਾ ਰਿਹਾ ਹੈ, ਉੱਥੇ ਸਿਰਫ ਆਰਥਿਕ ਲਾਭ ਨੂੰ ਮੁੱਦਾ ਬਣਾ ਕੇ ਗ੍ਰੰਥੀ, ਰਾਗੀ ਤੇ ਪ੍ਰਚਾਰਕ ਬਾਜ਼ਾਰ ਵਿੱਚ ਆ ਬੈਠੇ ਹਨ ਔਰ ਬਾਜ਼ਾਰ ਦੀ ਹਾਲਤ ਬਕਾਇਦਾ ਪੈਦਾ ਵੀ ਕਰ ਦਿੱਤੀ ਹੈ। ਉਹ ਖੁਦ ਵਿਕਾਊ ਮਾਲ ਬਣ ਕੇ ਰਹਿ ਗਏ ਨੇ। ਕੋਈ ਕ੍ਰਾਂਤੀ ਦੀ ਰੂਪ ਰੇਖਾ ਉਹਨਾਂ ਦੀ ਜ਼ਿੰਦਗੀ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਠੀਕ ਹੈ ਕਿ ਛੋਟੀਆਂ-ਛੋਟੀਆਂ ਜਥੇਬੰਦੀਆਂ ਥਾਂ-ਥਾਂ 'ਤੇ ਕੰਮ ਕਰ ਰਹੀਆਂ ਹਨ, ਕਿਧਰੇ ਗੁਰਮੁਖੀ ਲਿਪੀ ਨੂੰ ਪੜ੍ਹਾਉਣ ਦਾ, ਕਿਧਰੇ ਜਪਜੀ ਸਾਹਿਬ ਤੇ ਬਾਣੀ ਦੇ ਪਾਠ ਸਿਖਾਉਣ ਦਾ ਉਪਰਾਲਾ ਬੱਚਿਆਂ ਵਿੱਚ ਕਰ ਰਹੀਆਂ ਨੇ। ਇਨ੍ਹਾਂ ਛੋਟੇ-ਛੋਟੇ ਸੰਸਥਾਵਾਂ ਦੀ ਹੋਂਦ ਅਕਸਰ ਵਕਤੀ ਹੁੰਦੀ ਹੈ, ਮੌਸਮੀ ਫੁੱਲਾਂ ਦੀ ਤਰ੍ਹਾਂ ਸਮੇਂ ਦੇ ਮੁਤਾਬਕ ਖਿੜ ਗਏ, ਮੁਰਝਾ ਗਏ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਸੰਸਥਾਵਾਂ ਸ਼ੌਂਕ ਕਰਕੇ ਜਾਂ ਉਸਾਰੂ ਜਜ਼ਬਿਆਂ ਕਰਕੇ ਅੱਗੇ ਤਾਂ ਆਉਂਦੀਆਂ ਨੇ, ਲੇਕਿਨ ਇਹਨਾਂ ਦਾ ਰਸਤਾ ਨੇੜੇ ਹੀ ਮੁੱਕ ਜਾਂਦਾ ਹੈ। ਇਹ ਮੰਜ਼ਿਲ ਤੱਕ ਨਹੀਂ ਪਹੁੰਚਦੇ। ਇਹ ਸਹਾਇਕ ਤਾਂ ਹੋ ਸਕਦੇ ਨੇ ਇਸ ਲਹਿਰ ਦੇ, ਲੇਕਿਨ ਬਹੁਤ ਵੱਡੀ ਉਮੀਦ ਇਹਨਾਂ ਛੋਟੀਆਂ-ਛੋਟੀਆਂ ਸੰਸਥਾਵਾਂ ਤੋਂ ਲਾਉਣੀ ਬੜੀ ਔਖੀ ਹੈ। ਹਾਂ, ਹੁਣ ਤਾਂ ਕੋਈ ਤਿਆਗ ਤੇ ਵਿਰਾਗ ਦੀਆਂ ਮੂਰਤੀਆਂ ਜੋ ਆਪਣਾ ਤਨ ਤੇ ਸਮਾਂ ਪੂਰੇ ਦਾ ਪੂਰਾ ਗੁਰਮਤਿ ਉਸਾਰੀ ਦੇ ਪ੍ਰਚਾਰ ਵਿੱਚ ਹੀ ਖਰਚ ਕਰਨਾ ਚਾਹੁਣ, ਉਹਨਾਂ ਦਾ ਹੀ ਸੰਗਠਨ ਚਾਹੀਦਾ ਹੈ ਔਰ ਇਹ ਸੰਗਠਨ ਛੇਤੀ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਚੱਲਦੀ ਹੋਈ ਧਾਰਾ ਦਲਦਲ ਬਣ ਕੇ ਕਿਧਰੇ ਰਸਤੇ ਵਿੱਚ ਹੀ ਨਾ ਰੁਕ ਜਾਵੇ। ਨਾਮ ਰਸਿਕ ਭਟਕ ਰਹੇ ਹਨ, ਜਿਨ੍ਹਾਂ ਨੂੰ ਸ਼ਾਂਤੀ ਚਾਹੀਦੀ ਹੈ, ਸਕੂਨ ਚਾਹੀਦਾ ਹੈ, ਪ੍ਰਮਾਤਮਾ ਦਾ ਰਸ ਚਾਹੀਦਾ ਹੈ, ਸਮਾਧੀ ਚਾਹੀਦੀ ਹੈ, ਉਹ ਭਟਕ ਰਹੇ ਹਨ। ਔਰ ਖੜਗ ਸ਼ਾਸਤਰ ਦਾ ਇੱਕ ਨਿਯਮ ਹੈ ਕਿ ਜਿਸ ਚੀਜ਼ ਦੀ ਲੋੜ ਹੋਵੇ ਉਹ ਮਾਰਕੀਟ ਵਿੱਚ ਆ ਜਾਂਦੀ ਹੈ ਔਰ ਜਿਸ ਚੀਜ਼ ਦੀ ਲੋੜ ਨਾ ਹੋਵੇ, ਖਰੀਦਦਾਰ ਨਾ ਹੋਵਣ, ਉਹ ਮਾਰਕੀਟ ਵਿੱਚੋਂ ਨਿਕਲ ਜਾਂਦੀ ਹੈ ਅਤੇ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਨਦਾਰਦ ਹੋ ਜਾਂਦੀ ਹੈ। ਇਹ ਨਾਮ ਰਸਿਕ ਜੋ ਰੱਬੀ ਪਿਆਰ, ਰੱਬੀ ਰਸ ਚਾਹੁੰਦੇ ਹਨ, ਇਹਨਾਂ ਦੀ ਲੋੜ ਪੂਰੀ ਕਰਨ ਵਾਸਤੇ ਸਾਧੂ ਸੰਤਾਂ ਦੇ ਡੇਰੇ ਅੱਗੇ ਆਏ ਹਨ। ਪਰ ਅਫਸੋਸ ਇਹਨਾਂ ਡੇਰਿਆਂ ਦੀ ਦਸ਼ਾ ਵੀ ਪ੍ਰਬੰਧਕੀ ਢਾਂਚੇ ਵਾਲੇ ਗੁਰਦੁਆਰਿਆਂ ਤੋਂ ਘੱਟ ਤੇ ਉੱਚੀ ਨਹੀਂ ਹੈ। ਜਿਸ ਤਰ੍ਹਾਂ ਪਹਿਲੇ ਉਦਾਸੀ ਤੇ ਨਿਰਮਲੇ ਵਿਦਵਾਨ ਹੁੰਦੇ ਸਨ, ਇਹ ਇਸ ਮਾਮਲੇ ਵਿੱਚ ਬਿਲਕੁਲ ਕੋਰੇ ਹਨ। ਕਿਧਰੇ ਹੱਦ ਤੱਕ ਇੰਜ ਆਖਿਆ ਜਾ ਸਕਦਾ ਹੈ ਕਿ 90% ਦੁਕਾਨਾਂ ਹੀ ਹਨ, ਸਜਾ ਕੇ ਰੱਖੀਆਂ ਨੇ, ਸ਼ਿੰਗਾਰ ਕੇ ਰੱਖੀਆਂ ਨੇ ਔਰ ਆਪਣੇ ਆਪ ਨੂੰ ਇਤਨਾ ਸ਼ਿੰਗਾਰਿਆ ਹੈ, ਬਣਾਇਆ ਹੈ ਕਿ ਦੂਜਾ ਦੇਖਦਿਆਂ ਹੀ ਪ੍ਰਭਾਵਿਤ ਹੁੰਦਾ ਹੈ। ਸੰਤ ਕਹਿ ਕੇ ਚਰਨੀ ਪੈਂਦਾ ਹੈ ਔਰ ਇਸ ਚਰਨੀ ਪਏ ਹੋਏ ਜਗਿਆਸੂ ਤੋਂ ਇਹ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਕਰਦੇ ਨੇ।
और ठीक ढंग नाल इन्हां डेरियां तो गुरमत दा प्रचार होवे, ऐसी उम्मीद ही नहीं रखनी चाहिए। इन्हां डेरियां विच बरसियां तां मनाईयां जांदियां ने, पर 10 गुरु साहिबान दे गुरपुरब नहीं मनाए जाते और ना ही गुरु ग्रंथ साहिब जी महाराज का प्रकाश उत्सव जां गुरगद्दी दिवस मनाया जाता है, बल्कि गुरु ग्रंथ साहिब जी महाराज की आड़ विच इन्हां दियां अपनियां ही गद्दियां चल रहीआं हन, जो यह एक हासोहीनी दशा गुरमत की दुनिया विच चल रही है। देशवासियों ने साडे नाल बहुत उम्मीदां जोड़ियां सन और इस घर ने मनुक्खां नूं बड़ी ढारस दित्ती सी। एक सिख की गवाही नूं अदालत विच सच मन लिया जाता सी, बाकी 40 गवाहां नूं झूठा। एक सिख किधरे काफले विच हुंदा तां लोग अपनी हिफाजत समझ लैंदे सन, अपने बहु बेटियां की इज्जत के रखवाले समझ लैंदे सन। सिख का रूप इस देश विच ऐसा उजागर होया सी कि हर मनुख इस नूं अपनी इज्जत समझदा सी, अपनी आबरू समझदा सी, अपना रक्षक समझदा सी और सच की मूर्ति समझदा सी। अदालतां सन्मान करदियां सन कि यह गुरु नानक दा सिख झूठ नहीं बोलता, पर अज यह सारिया धारनावां मनोतां मिट गईयां हन। अज सिख काबिले इतबार नहीं रहा, झूठा हो गया, खुद गर्ज हो गया, सिख लई भारू हो गया। गुरमत की दुनिया जो देश दियां सड़कों तो टप के अरब, ईरान, रूस, लंका, तिब्बत, भूटान ते चीन तक पहुंची सी, उसनूं बहुत ही छोटे दायरे विच सीमित करके रख दिता और वह भी दम तोड़ती दिखाई दे रही है। वक्त सिर इलाज ना किया तां अंजाम भयानक हो सकते हैं और इलाज इको एक यही है कि मौजूदा निज़ाम बदल दिता जाए, उदासी ते निर्मले विद्वानां नूं तलाश किया जाए, इन्हां रुसिया होयां नूं फिर मनाया जाए और सिख जगत विच पढ़े लिखे मुदब्बर मनुख जो अपना जीवन दान कर सकते होण भाल की जाए। सरप्रस्ती निर्मले उदासी ते इस तरह दे होर साधु भेख वालियां नूं दे दिती जाए और मुदब्बर बंदियां विचों भी कुछ लोग निर्मले ते उदासियां दा लिबास पहन के सरप्रस्ती करन। इस दा एक मनोविग्यानिक असर यह है कि आदि काल तो मनुख आम मनुख तो प्रभावित नहीं सगों साधु तो प्रभावित है। यही कारण है कि पाखंड पूजिया जा रहा है। साधुओं के लिबास विच जेकर सच्चाई साधु का लिबास धारण कर लवे, पर उपकार साधु का लिबास धारण कर लवे, नेकियां साधु का लिबास धारण कर लैन तां यह एक सच्ची क्रांति का जन्म हो सकता है और उस नाल गुरमत की वगदी हुई यह गंगा सागर तक पहुँच सकती है। बहुत छोटिया छोटिया जिंदगी दियां धारावां नूं समुद्र तक पहुँचाउण दा वसीला बन सकती है। कहते ने गंगा अपनियां 70 नदियां नूं समेट के सागर तक पहुँचती है। गुरमत की यह गंगा सारे जहान की जिंदगी दियां धारावां नूं समेट के सागर तक प्रभु तक पहुँचाउण दा वसीला बने। यह लक्ष्य होना चाहिए है, यह मुद्दा होना चाहिए है और कमर कस के। पर मैं अज प्रचार की इस लहर तो मायूस इस वास्ते हाँ कि सारे का सारा प्रबंधकी ढांचा राजनीतिक और सारे का सारा प्रचारक ढांचा इन्हां राजनीतिकां दे मातहित हो गया है। मैनू कोई उम्मीद नहीं जापदी कि वगदी यह धारा सोह सागर तक पहुँचे नहीं, यह तो खुद पार्लीमेंट असैंबली हाल तक पहुँचने का रास्ता लभ रहे ने। यह तो खुद सिंघासन का मार्ग लभ रहे हैं। लोगों को रब के सिंघासन तक पहुँचाना यह उन्हां दी सोचनी नहीं है और प्रचारक लाना आर्थिक लाभ तो इलावा होर कुछ सोचता ही नहीं। डेरेदारां दियां तां अपनियां अपनियां दुकानां ने। यह भी ठीक है कि प्रबंधकां विच भी 1% ग्रंथी रागी तबका भी रबी तड़फ रखता है और ठीक है जितनी आर्थिक लाभ की तड़फ है उतनी तड़फ रबी मिलाप की नहीं है। इस तरह मैं डेरेदार साधुओं नूं भी देखता हाँ, कुछ को प्रभु भगती की समा जाल के बैठे ने। भावें इस तरह के प्रबंधकों प्रचारकों साधुओं का अज तक समाज में कोई विशेष असर नहीं है। यह कोई बहुत वड्डी गल नहीं, क्योंकि थोड़ी जही भी रबी रस की चाह रखने वाले दे अंदर छुपे रहने की चाह बन जाती है। वह पीछे हटता है, पीछे बैठता है, वह पीछे ही रहता है, उसका अगे चलने का शौक नहीं रह जाता। पर हुण समा आ गया है, ठीक है अहंकार नूं पीछे ही रखना है, पर हुण तां पर उपकार नूं अगे रखना पवेगा, तां ही इस वड्डी क्रांति नूं मंजिले मकसूद तक पहुँचा सकांगे। ऐसे रसिक प्रचारक ग्रंथी रागी और ऐसे ही उसारू रुचियां दे मालक
ਪ੍ਰਬੰਧਕ ਔਰ ਐਸੇ ਹੀ ਰੱਬੀ ਜੀਵੜੇ ਸਾਧੂਆਂ ਵਿੱਚੋਂ ਪ੍ਰਥਮ ਇਹਨਾਂ ਦਾ ਸੰਗਠਨ ਬਣਾਇਆ ਜਾਏ। ਫਿਰ ਹਰ ਸ਼ਹਿਰ ਵਿੱਚ ਉਹ ਹਿਰਦੇ ਲੱਭੇ ਜਾਣ ਜੋ ਸੂਝ-ਬੂਝ ਵੀ ਰੱਖਦੇ ਨੇ, ਸ਼ੌਂਕ ਵੀ ਰੱਖਦੇ ਨੇ, ਲਗਨ ਵੀ ਰੱਖਦੇ ਨੇ ਔਰ ਜ਼ਿੰਦਗੀ ਵੀ ਅਰਪਣ ਕਰ ਸਕਦੇ ਨੇ। ਉਹਨਾਂ ਨੂੰ ਵੀ ਸਾਥ ਲੈ ਕੇ ਮਸ਼ਾਲ ਬਣਾ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਅਸੀਂ ਵੱਧ ਚੜ੍ਹ ਕੇ ਇਸ ਉਸਾਰੂ ਕੰਮ ਨੂੰ ਕਰ ਸਕੀਏ। ਇਹ ਲਹਿਰ ਜਦ ਬਹੁਤਾਤ ਵਿੱਚ ਆਪਣਾ ਰੂਪ ਧਾਰਨ ਕਰ ਜਾਏ ਤਾਂ ਸਾਰੇ ਗੁਰਦੁਆਰੇ ਇਸ ਲਹਿਰ ਦੇ ਹਵਾਲੇ ਕੀਤੇ ਜਾਣ। ਫਿਰ ਇੱਕ ਕੇਂਦਰੀ ਅਸਥਾਨ ਬਣਾਇਆ ਜਾਏ ਔਰ ਉਸ ਦਾ ਮੁਖੀਆ ਐਵੇਂ ਹੋਵੇ ਜਿਵੇਂ ਕਿ ਰੋਮ ਦਾ ਪੋਪ। ਫਿਰ ਮੈਂ ਸਮਝਾਂਗਾ ਕਿ ਗੁਰਦੁਆਰਿਆਂ ਦੀ ਗੋਲਕ ਅਸੀਂ ਗਰੀਬ ਦੇ ਮੂੰਹ ਦੀ ਤਰਫ ਕਰ ਦਿੱਤੀ ਹੈ ਤੇ ਪ੍ਰਚਾਰ ਦੀ ਲਹਿਰ ਅਭਿਆਸੀਆਂ ਦੀ ਤਰਫ। ਗਰੀਬ ਸਿੱਖ ਬਣਦਾ ਜਾਏਗਾ ਔਰ ਅਭਿਆਸੀ ਪ੍ਰਭੂ ਨਾਲ ਜੁੜਦਾ ਜਾਏਗਾ। ਇਸ ਤਰ੍ਹਾਂ ਕਰਕੇ ਜਗਤ ਨੂੰ ਦੱਸ ਸਕਾਂਗੇ ਕਿ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਗਰੀਬ ਦਾ ਮੂੰਹ ਜਦ ਗੁਰੂ ਦੀ ਗੋਲਕ ਦੇਖੇਗਾ ਤਾਂ ਉਸ ਦਾ ਧਿਆਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇਗਾ। ਇਸੇ ਤਰੀਕੇ ਨਾਲ ਪਹਿਲੇ ਦੇਸ਼ ਤੇ ਫਿਰ ਵਿਦੇਸ਼ਾਂ ਦੀ ਤਰਫ ਧਿਆਨ ਦੇ ਕੇ ਅਸੀਂ ਉਸ ਮਾਹੌਲ ਨੂੰ ਜਨਮ ਦੇਣਾ ਹੈ ਜਿੱਥੇ ਹਰ ਪਾਸੇ ਖਾਲਸਾ ਹੀ ਖਾਲਸਾ ਹੋਵੇ। ਹੁਣ ਧੋਖੇ ਵਿੱਚ ਨਹੀਂ ਰਹਿਣਾ। ਗਾਲਵਨ 50 ਤੋਂ ਵੀ ਵੱਧ ਸਾਲਾਂ ਤੋਂ ਰਾਜਨੀਤਿਕ ਸਾਨੂੰ ਧੋਖਾ ਦੇ ਰਹੇ ਨੇ। ਕਿਧਰੇ ਗਰੀਬੀ ਹਟਾਉਣ ਦੇ ਨਾਮ ਤੇ ਆਪਣੇ ਸਵਾਰਥ ਪੂਰੇ ਕਰਦੇ ਨੇ, ਅਰਬਾਂ ਖਰਬਾਂ ਦੇ ਮਾਲਕ ਬਣਦੇ ਨੇ। ਕਿਧਰੇ ਸੇਵਾ ਕਰਨ ਦਾ ਨਾਅਰਾ ਲਾ ਕੇ ਦੇਸ਼ ਨੂੰ ਲੁੱਟਦੇ ਨੇ। ਜਾਲਸਾਜ਼ਾਂ ਦੇ ਇਸ ਰਾਜਨੀਤਿਕ ਜੀਵਨ ਨੇ ਦੱਸ ਦਿੱਤਾ ਹੈ ਕਿ 50 ਸਾਲਾਂ ਤੋਂ ਇਹ ਲੁਟੇਰੇ ਦੇਸ਼ ਨੂੰ ਲੁੱਟਦੇ ਰਹੇ ਨੇ। ਵਿਦੇਸ਼ੀ ਲੁਟੇਰੇ ਠੀਕ ਹੈ, ਸੈਂਕੜੇ ਸਾਲਾਂ ਤੋਂ ਦੇਸ਼ ਨੂੰ ਲੁੱਟਦੇ ਰਹੇ। ਮੁਗਲ ਆਏ, ਮੰਗੋਲ ਆਏ, ਈਰਾਨੀ ਆਏ, ਅਫਗਾਨੀ ਆਏ, ਅਰਬੀਅਨ ਆਏ, ਡੱਚ ਆਏ, ਪੁਰਤਗੇਜ਼ ਆਏ, ਫ੍ਰੈਂਚ ਆਏ ਔਰ ਅੰਗਰੇਜ਼ ਆਏ ਔਰ ਖੂਬ ਲੁੱਟਿਆ। ਪਰ ਉਹਨਾਂ ਲੁਟੇਰਿਆਂ ਨਾਲੋਂ ਇਹਨਾਂ ਲੁਟੇਰਿਆਂ ਨੇ ਤਾਂ ਹੱਦ ਹੀ ਕਰ ਦਿੱਤੀ। ਚਿੱਟੇ ਕੱਪੜੇ ਪਾ ਦੇਵਤਿਆਂ ਵਾਲਾ ਰੂਪ ਧਾਰ ਸ਼ੈਤਾਨੀ ਕੰਮ ਕਰਦੇ ਰਹੇ। ਹਰ ਨਾਜਾਇਜ਼ ਢੰਗ ਨਾਲ ਦੇਸ਼ ਨੂੰ ਲੁੱਟਣ ਦਾ ਉਪਰਾਲਾ ਕਰਦੇ ਹੀ ਰਹੇ ਔਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਰਹੇ। ਜਾਤ ਦੇ ਨਾਮ ਤੇ, ਪ੍ਰਾਂਤ ਦੇ ਨਾਂ ਤੇ, ਭਾਸ਼ਾ ਦੇ ਨਾਂ ਤੇ ਏਕਤਾ ਦੀਆਂ ਭਾਵਨਾਵਾਂ ਜੋ ਅੰਗਰੇਜ਼ਾਂ ਤੇ ਮੁਗਲਾਂ ਦੇ ਸਮੇਂ ਤੋਂ ਸਨ, ਇਹਨਾਂ ਨੇ ਖੈਰੂ ਖੈਰੂ ਕਰ ਦਿੱਤੀਆਂ ਸਿਰਫ ਆਪਣੇ ਆਰਥਿਕ ਲਾਭ ਲਈ। ਹੁਣ ਦੇਸ਼ ਵਾਸੀਆਂ ਨੂੰ ਹੋਰ ਇਹਨਾਂ ਲੁਟੇਰਿਆਂ ਦੇ ਹੱਥ ਨਹੀਂ ਚੜ੍ਹਨਾ ਚਾਹੀਦਾ। ਤਰਕਸ਼ੀਲ ਔਰ ਸਿਆਣੇ ਮਨੁੱਖ ਨੂੰ ਹੀ ਸਮਰਥਨ ਦੇਣਾ ਚਾਹੀਦਾ ਹੈ। ਅਸੀਂ ਬਹੁਤ ਠੱਗੇ ਜਾ ਚੁੱਕੇ ਹਾਂ। 70 ਸਾਲ ਤੋਂ ਵੀ ਵੱਧ ਗੁਰਦੁਆਰਿਆਂ ਦੇ ਪ੍ਰਬੰਧਕ ਇੱਕ ਤਰੀਕੇ ਨਾਲ ਗੁਰੂ ਦੀ ਗੋਲਕ ਹੀ ਲੁੱਟ ਰਹੇ ਨੇ। ਕਿਧਰੇ ਇਸ ਗੋਲਕ ਨੂੰ ਇਲੈਕਸ਼ਨਾਂ 'ਤੇ ਖਰਚ ਕਰਨਾ, ਕਿਧਰੇ ਆਪਣੀ ਰਾਜਨੀਤਿਕ ਸ਼ਾਨ ਬਣਾਉਣ ਲਈ ਖਰਚ ਕਰਨਾ ਔਰ ਜੇ ਪ੍ਰਬੰਧਕ ਸੰਪੰਨ ਹੈ ਤਾਂ ਸਮੁੱਚੇ ਗੁਰਦੁਆਰੇ ਨੂੰ ਆਪਣੀ ਰਾਜਨੀਤਿਕ ਅਹਿਮੀਅਤ ਵਧਾਉਣ ਲਈ ਵਰਤਣਾ। ਇਹ ਕੁਝ ਚੱਲ ਰਿਹਾ ਹੈ। 70 ਤੋਂ ਵੀ ਵੱਧ ਸਾਲਾਂ ਤੋਂ ਸਿੱਖ ਕੌਮ ਧੋਖਾ ਖਾ ਰਹੀ ਹੈ। ਹੁਣ ਸਾਵਧਾਨ ਹੋਣਾ ਚਾਹੀਦਾ ਹੈ। ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਹੁਣ ਕੋਈ ਛੁਪੀ ਹੋਈ ਗੱਲ ਨਹੀਂ ਰਹੀ। ਇਹ ਸਵਾਰਥੀ ਮਨੁੱਖ ਹੀ ਗੁਰਦੁਆਰਿਆਂ ਨੂੰ ਚਲਾਉਂਦੇ ਆਏ ਨੇ। ਪ੍ਰਚਾਰਕ ਸ਼੍ਰੇਣੀ ਨੂੰ ਮੈਂ ਇਸ ਵਾਸਤੇ ਕਸੂਰਵਾਰ ਨਹੀਂ ਮੰਨਦਾ ਕਿਉਂਕਿ ਉਹ ਮਾਤਹਿਤ ਨੇ। ਸਟੇਜ ਤਾਂ ਪ੍ਰਬੰਧਕਾਂ ਕੋਲ ਹੈ। ਅਗਰ ਕੁਝ ਵੀ ਇਹਨਾਂ ਨੂੰ ਆਖੋ ਜਿਸ ਨਾਲ ਇਹਨਾਂ ਦਾ ਧੋਖਾ ਉਜਾਗਰ ਹੁੰਦਾ ਜਾਏ, ਇਹਨਾਂ ਦਾ ਅਹੰਕਾਰ ਪ੍ਰਗਟ ਹੁੰਦਾ ਹੋਵੇ, ਇਹ ਉਹਨਾਂ ਦਾ ਬੋਰੀਆ ਬਿਸਤਰਾ ਚੁਕਵਾ ਦਿੰਦੇ ਨੇ। 24 ਘੰਟਿਆਂ ਦੇ ਨੋਟਿਸ ਵਿੱਚ ਮੈਂ ਬੜੇ ਮਹਾਨ ਪ੍ਰਚਾਰਕ ਗ੍ਰੰਥੀ ਜਥੇਦਾਰ ਨਿਕਲਦੇ ਦੇਖੇ ਨੇ। ਇਸ ਵਾਸਤੇ ਕਸੂਰਵਾਰ ਹੁੰਦਿਆਂ ਹੋਇਆਂ ਵੀ ਇਤਨਾ ਕਸੂਰਵਾਰ ਮੈਂ ਪ੍ਰਚਾਰਕ ਗ੍ਰੰਥੀ ਤੇ ਰਾਗੀਆਂ ਨੂੰ ਨਹੀਂ ਮੰਨਦਾ। ਸਿਰਫ ਇਸ ਵਾਸਤੇ ਨਹੀਂ ਕਿ ਮੈਂ ਉਹਨਾਂ ਦੀ ਸ਼੍ਰੇਣੀ ਵਿੱਚੋਂ ਹਾਂ, ਬਲਕਿ ਇੱਕ ਸੱਚਾਈ ਪੇਸ਼ ਕਰ ਰਿਹਾ ਹਾਂ ਕਿਉਂਕਿ ਇਹ ਤਾਂ ਬੌਸ ਨੇ, ਮਾਲਕ ਨੇ, ਪ੍ਰਚਾਰਕ ਤਾਂ ਸਿਰਫ ਮੁਲਾਜ਼ਮ ਨੇ। ਪ੍ਰਚਾਰਕ ਦੀ ਅਹਿਮੀਅਤ ਹੀ ਕੀ ਹੈ ਕਿ ਉਹ ਮਾਲਕ ਤੋਂ ਉਲਟ ਚੱਲੇ। ਹੋਇਆ ਕਿ ਸਿਰਫ ਮੁਲਾਜ਼ਮ ਜ਼ਿਹਨੀਅਤ ਵਾਲੇ ਮਨੁੱਖ ਹੀ ਗ੍ਰੰਥੀ ਤੇ ਰਾਗੀ ਸ਼੍ਰੇਣੀ ਵਿੱਚ ਆਏ, ਜਿਸ ਕਾਰਨ ਗੁਰਮਤਿ ਦਾ ਪ੍ਰਚਾਰ ਠੱਪ ਹੋ ਕੇ ਰਹਿ ਗਿਆ। ਸੰਗਤ ਦੀ ਸਰੋਤ ਬਹੁਤ ਨੀਵੀਂ ਰਹਿ ਗਈ। ਅਰਥ ਸ਼ਾਸਤਰ ਦਾ ਇੱਕ ਨਿਯਮ ਹੈ ਕਿ ਜਿਸ ਚੀਜ਼ ਦੀ ਮਾਰਕੀਟ ਵਿੱਚ ਲੋੜ ਨਾ ਹੋਵੇ ਉਹ ਵਸਤੂ ਮਾਰਕੀਟ ਵਿੱਚੋਂ ਨਿਕਲ ਜਾਂਦੀ ਹੈ ਔਰ ਜਿਸ ਦੀ ਲੋੜ ਹੋਵੇ ਉਸ ਦੀ ਪੂਰਤੀ ਕਰਨ ਲਈ ਕੋਈ ਨਾ ਕੋਈ ਆ ਹੀ ਜਾਂਦਾ ਹੈ। ਗੁਰਮਤਿ ਦਾ ਇਹ ਵਿਲਾਸ ਦੇਖਣ ਵਿੱਚ ਆਇਆ ਹੈ ਕਿ ਸੱਚਾਈ ਅਸਲੀਅਤ ਵਿੱਚ ਨਦਾਰਦ ਹੋ ਗਈ ਹੈ ਕਿਉਂਕਿ ਇਸ ਦੇ ਗ੍ਰਾਹਕ ਨਹੀਂ ਰਹੇ ਔਰ ਇਸ ਦੀ ਪੂਰਤੀ ਕਰਨ ਵਾਲੇ ਇੱਕ ਪਾਸੇ ਹੋ ਗਏ। ਮਾਹੌਲ ਹੀ ਇੱਕ ਐਸਾ ਬਣ ਗਿਆ ਕਿ ਖਾਨਦਾਨੀ ਮਨੁੱਖ ਔਰ ਕੌਮੀ ਜਜ਼ਬੇ ਰੱਖਣ ਵਾਲੇ ਮਨੁੱਖ ਖਾਮੋਸ਼ ਹੋ ਕੇ ਇੱਕ ਪਾਸੇ ਬੈਠ ਗਏ ਤੇ ਜਪ ਤਪ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪਏ।
ਉਪਜੀਵਕਾ ਚਲਾ ਕੇ ਆਪਣਾ ਜੀਵਨ ਬਿਤਾਉਂਦੇ ਰਹੇ, ਜਿਸ ਕਾਰਨ ਇਹਨਾਂ ਸਵਾਰਥੀ ਪ੍ਰਬੰਧਕਾਂ ਦੇ ਹੱਥ ਰੋਜ਼-ਰੋਜ਼ ਮਜ਼ਬੂਤ ਔਰ ਅੱਜ ਇਹ ਇਤਨੇ ਮਜ਼ਬੂਤ ਨੇ, ਮੇਰਾ ਅੰਦਾਜ਼ਾ ਹੈ ਕਿ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲੱਗਿਆਂ ਜੋ ਖੂਨ ਖਰਾਬਾ ਹੋਇਆ ਸੀ, ਸ਼ਾਇਦ ਉਸ ਤੋਂ ਹਜ਼ਾਰਾਂ ਗੁਣਾ ਇਹ ਪ੍ਰਬੰਧਕ ਖੂਨ ਖਰਾਬਾ ਕਰਨ, ਕਿਉਂਕਿ ਇਹਨਾਂ ਦੇ ਹੱਥ ਨਨਕਾਣਾ ਸਾਹਿਬ ਦੇ ਮਹੰਤ ਨਾਰਾਇਣ ਦਾਸ ਤੋਂ ਜ਼ਿਆਦਾ ਮਜ਼ਬੂਤ ਨੇ। ਇਹ ਜ਼ਿਆਦਾ ਤਾਕਤਵਰ ਹਨ। ਇਹ ਤਰ੍ਹਾਂ ਤਰ੍ਹਾਂ ਦੇ ਦੂਸ਼ਣ ਉਸ ਪ੍ਰਚਾਰਕ 'ਤੇ ਲਗਾਉਣਗੇ, ਉਸ ਗ੍ਰੰਥੀ ਤੇ ਰਾਗੀ 'ਤੇ ਲਾਉਣਗੇ ਜੋ ਅਣਖੀਲਾ ਹੋਵੇ, ਗੁਰੂ ਮਤ ਉਸਾਰੀ ਦਾ ਜਜ਼ਬਾ ਰੱਖਦਾ ਹੋਵੇ ਔਰ ਉਸ ਨੂੰ ਦਿਸ ਪਿਆ ਹੋਵੇ ਕਿ ਪ੍ਰਬੰਧਕੀ ਢਾਂਚਾ ਗਲਤ ਹੈ ਤੇ ਸਾਰਾ ਪ੍ਰਬੰਧਕੀ ਢਾਂਚਾ ਇਸ ਪ੍ਰਚਾਰਕ ਸ਼੍ਰੇਣੀ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ। ਅਕਸਰ ਦੁਨੀਆ ਵਿੱਚ ਜਦ ਵੀ ਕ੍ਰਾਂਤੀਆਂ ਹੋਈਆਂ ਨੇ, ਇਸੇ ਢੰਗ ਨਾਲ ਹੋਈਆਂ ਨੇ। ਸੋ ਉਹ ਸੱਜਣ ਜੋ ਉਸਾਰੂ ਜਜ਼ਬੇ ਰੱਖਦੇ ਹਨ, ਪਹਿਲਾਂ ਪ੍ਰਬੰਧਕਾਂ ਦੀ ਚੋਟ ਸਹਾਰਨ ਦਾ ਹਿਰਦਾ ਬਣਾ ਲੈਣ, ਕਿਉਂਕਿ ਉਹਨਾਂ ਨੇ ਭਿਅੰਕਰ ਇਲਜ਼ਾਮ ਲਗਾਉਣੇ ਨੇ ਔਰ ਭਿਅੰਕਰ ਰੁਕਾਵਟਾਂ ਖੜੀਆਂ ਕਰਨੀਆਂ ਨੇ। ਇੱਥੇ ਤਾਂ ਚਟਾਨਾਂ ਵਰਗੇ ਹਿਰਦੇ ਉਹਨਾਂ ਚਟਾਨਾਂ ਦੇ ਅੱਗੇ ਖੜੇ ਕਰਨੇ ਪੈਣਗੇ, ਤਾਂ ਹੀ ਕਾਮਯਾਬੀ ਹਾਸਲ ਹੋ ਸਕੇਗੀ। ਵਿਚਾਰਕਾਂ ਦੀ ਦੁਨੀਆ ਵਿੱਚ ਐਸਾ ਵੀ ਆਖਿਆ ਜਾਂਦਾ ਹੈ ਕਿ ਵੱਡੀ ਬੁਰਾਈ ਨੂੰ ਬਚਾਉਣ ਲਈ ਛੋਟੀ ਬੁਰਾਈ ਚੁਣ ਲੈਣੀ ਚੰਗੀ ਹੈ। ਠੀਕ ਹੈ, ਉਹ ਜਿੱਥੇ ਜਿੱਥੇ ਖੂਨ ਖਰਾਬੇ ਤੇ ਉਤਾਰੂ ਹੋਵਣ, ਅਸੀਂ ਸ਼ਾਂਤਮਈ ਢੰਗ ਨਾਲ ਪੇਸ਼ ਆਉਣਾ ਹੈ, ਕਿਉਂਕਿ ਸ਼ੁਰੂ ਵਿੱਚ ਇਹ ਉਸਾਰੂ ਜਜ਼ਬੇ ਰੱਖਣ ਵਾਲੇ ਮਨੁੱਖ ਥੋੜ੍ਹੇ ਹੋਣਗੇ, ਕਮਜ਼ੋਰ ਹੋਣਗੇ, ਪਰ ਸੱਚਾਈ ਆਪਣੇ ਆਪ ਵਿੱਚ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੁਦਰਤ ਦੇ ਨਿਯਮ ਉਸ ਨੂੰ ਰਸਤਾ ਦੇਣ ਲੱਗ ਪੈਂਦੇ ਨੇ ਔਰ ਕਈ ਦਫਾ ਸੱਚ 'ਤੇ ਆਧਾਰਿਤ ਕ੍ਰਾਂਤੀਆਂ ਹਰ ਤਰ੍ਹਾਂ ਦੀਆਂ ਔਕੜਾਂ ਝੱਲਦੀਆਂ ਹੋਈਆਂ ਮੰਜ਼ਿਲੇ ਮਕਸੂਦ ਤੱਕ ਪਹੁੰਚ ਜਾਂਦੀਆਂ ਨੇ। ਇਸ ਸੁਪਨੇ ਨੂੰ ਅਗਰ ਸਾਕਾਰ ਕਰਨਾ ਹੈ, ਇਸ ਕਲਪਨਾ ਨੂੰ ਯਥਾਰਥ ਦਾ ਰੂਪ ਦੇਣਾ ਹੈ, ਤਾਂ ਸਿੱਖ ਧਰਮ ਜਿਸ ਦੀ ਬੁਨਿਆਦ ਗੁਰੂ ਨਾਨਕ ਨੇ ਰੱਖੀ ਔਰ 9 ਖੰਡ ਪ੍ਰਿਥਵੀ ਦਾ ਭਰਮਣ ਕਰਕੇ ਜਿਸ ਸੱਚਾਈ ਦਾ ਪ੍ਰਚਾਰ ਕੀਤਾ, ਅਸੀਂ ਇਸ ਨੂੰ ਰੁਕਣ ਨਹੀਂ ਦੇਣਾ। ਅਸੀਂ ਇਸ ਰਾਜਨੀਤੀ ਵਿੱਚ ਉਸ ਨੂੰ ਫਸਣ ਨਹੀਂ ਦੇਣਾ। ਪ੍ਰਥਮ ਤਾਂ ਆਪਣੀ ਇਹ ਸੋਚਣੀ ਮੁਕੰਮਲ ਤੌਰ 'ਤੇ ਪੂਰਨ ਕਰ ਲੈਣੀ ਚਾਹੀਦੀ ਹੈ ਕਿ ਪ੍ਰਬੰਧਕ ਨਿਰੋਲ ਸ਼ੁੱਧ ਰੂਪ ਵਿੱਚ ਰਾਜਨੀਤਿਕ ਨੇ। 1% ਨੂੰ ਛੱਡ ਕੇ ਗ੍ਰੰਥੀ, ਰਾਗੀ, ਪ੍ਰਚਾਰਕ ਸਭ ਮੁਲਾਜ਼ਮ ਨੇ ਔਰ ਇਹਨਾਂ ਦੀਆਂ ਆਰਥਿਕ ਲੋੜਾਂ ਨੇ ਇਹਨਾਂ ਨੂੰ ਇਸ ਪੇਸ਼ੇ ਵਿੱਚ ਲਿਆਂਦਾ ਹੈ। ਗੁਰੂ ਭਗਤੀ ਕਰਕੇ ਨਹੀਂ ਆਏ ਔਰ ਗੁਰੂ ਦੀ ਲਗਨ ਕਰਕੇ ਵੀ ਨਹੀਂ ਆਏ। ਕੀਰਤਨ ਕਰਨਾ, ਕਥਾ ਕਰਨੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਹ ਕੋਈ ਉਹਨਾਂ ਦੀ ਭਗਤੀ ਨਹੀਂ ਹੈ, ਸਿਰਫ ਨੌਕਰੀ ਹੈ, ਮੁਲਾਜ਼ਮਤ ਹੈ। ਇਹ ਉਹਨਾਂ ਦੇ ਤੌਰ ਤਰੀਕਿਆਂ ਤੋਂ ਪ੍ਰਤੀਤ ਹੁੰਦਾ ਹੈ, ਸਿਰਫ 1% ਹੈ। ਮੈਂ ਜਿੱਥੇ ਤੱਕ ਮਹਿਸੂਸ ਕਰਦਾ ਹਾਂ, ਬਹੁਗਿਣਤੀ ਵਿੱਚ ਸੰਗਤਾਂ ਗੁਰਮਤਿ ਹਿਤੈਸ਼ੀ ਹੁੰਦੀਆਂ ਨੇ। ਉਹਨਾਂ ਦਾ ਗੁਰਦੁਆਰੇ ਵਿੱਚ ਆਉਣਾ ਸਿਰਫ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ ਹੁੰਦਾ ਹੈ ਜਾਂ ਪ੍ਰਭੂ ਦੀ ਭਾਵਨਾ ਕਰਕੇ। ਦਰਅਸਲ ਉਹਨਾਂ ਦਾ ਸੰਬੰਧ ਪ੍ਰਬੰਧਕਾਂ ਦੀ ਰਾਜਨੀਤੀ ਨਾਲ ਨਹੀਂ ਹੁੰਦਾ ਔਰ ਪ੍ਰਚਾਰਕਾਂ ਦੀ ਆਰਥਿਕ ਦਸ਼ਾ ਨਾਲ ਵੀ ਕੋਈ ਮਤਲਬ ਨਹੀਂ ਹੁੰਦਾ। ਉਹ ਇੱਕ ਇਸ ਤੋਂ ਵੱਖ ਦੁਨੀਆ ਦੇ ਮਾਲਕ ਹੁੰਦੇ ਹਨ। ਲੇਕਿਨ ਹੁਣ ਮੈਂ ਕਿਧਰੇ ਵਕਤਵ ਦੇ ਰਾਹੀਂ ਅਪੀਲ ਕਰ ਰਿਹਾ ਹਾਂ ਔਰ ਕਰਾਂਗਾ ਕਿ ਪੂਰੀ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਨਹੀਂ ਤਾਂ ਮੇਰੀ ਇਹ ਮਿਹਨਤ ਅਸਫਲ ਹੋ ਜਾਵੇਗੀ। ਮੇਰੇ ਵਕਤਵ ਸਿਰਫ ਵਕਤਵ ਹੀ ਰਹਿ ਜਾਣਗੇ ਔਰ ਗੁਰਮਤਿ ਦੀ ਇਹ ਰੂਪ ਰੇਖਾ ਪਤਾ ਨਹੀਂ ਕੀ ਰੂਪ ਧਾਰਨ ਕਰ ਜਾਏਗੀ, ਕਿਉਂਕਿ ਹੁਣ ਹੀ ਮੈਂ ਦੇਖਦਾ ਹਾਂ ਕਿ ਇਹ ਬਦਨੂਮਾ ਰੂਪ ਧਾਰਨ ਕਰ ਗਈ ਹੈ। ਪ੍ਰਬੰਧਕ ਸਾਰੇ ਇਤਿਹਾਸਕ ਸਥਾਨਾਂ ਦੀ ਸ਼ਕਤੀ ਰਾਜਨੀਤਿਕ ਤਾਮੀਰ ਵਿੱਚ ਖਰਚ ਕਰ ਰਹੇ ਨੇ, ਜਦ ਕਿ ਇਸੇ ਸ਼ਕਤੀ ਨਾਲ ਸਾਰੇ ਦੇਸ਼ ਨੂੰ ਖਾਲਸਾ ਬਣਾਇਆ ਜਾ ਸਕਦਾ ਹੈ। ਬੜੀ ਗਰੀਬੀ ਹੈ ਦੇਸ਼ ਦੇ ਵਿੱਚ ਔਰ ਵਿਚਾਰਕ ਤਲ 'ਤੇ ਇੱਕ ਪਛੜਾਪਣ ਹੈ। ਗੋਲਕ ਦੀ ਸ਼ਕਤੀ ਅਤੇ ਗੁਰਬਾਣੀ ਦੀ ਸ਼ਕਤੀ ਨਾਲ ਸਾਰਿਆਂ ਨੂੰ ਗੁਰਮਤਿ ਦੇ ਮਾਰਗ 'ਤੇ ਤੋਰਿਆ ਜਾ ਸਕਦਾ ਹੈ। ਸਾਰਿਆਂ ਦਾ ਸਹਿਯੋਗ ਹਾਸਲ ਕੀਤਾ ਜਾ ਸਕਦਾ ਹੈ। ਮੁੱਢ ਰੂਪ ਵਿੱਚ ਪਹਿਲ ਇਹ ਕੰਮ ਗੁਰਦੁਆਰਿਆਂ ਵਿੱਚੋਂ ਆਰੰਭ ਹੋਵੇਗਾ। ਫਿਰ ਗੁਰਦੁਆਰਿਆਂ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਇਹ ਸੇਵਾ ਕਰਨੀ ਹੈ, ਜੈਸੇ ਕਿ ਈਸਾਈ ਜਗਤ ਕਰ ਰਿਹਾ ਹੈ। ਸਿਰਫ 200 ਮੀਲ ਦੇ ਹਜ਼ਰਤ ਈਸਾ ਦੇ ਭਰਮਣ ਨਾਲ ਇਹ ਮਜ਼ਹਬ ਅੱਜ ਸਾਰੀ ਦੁਨੀਆ ਵਿੱਚ ਫੈਲ ਗਿਆ ਹੈ, ਜਦ ਕਿ ਬਾਈਬਲ ਵਿੱਚ ਗਿਆਨ ਦੀਆਂ ਬਹੁਤ ਉੱਚੀਆਂ ਸਿੱਧਾਂ ਨਹੀਂ ਹਨ। ਵਿਗਿਆਨ ਸੰਬੰਧੀ ਵੀ ਜੋ ਵਿਚਾਰਾਂ ਹਨ ਉਹ ਪੂਰੀਆਂ ਨਹੀਂ ਉਤਰਦੀਆਂ। 95% ਬਾਈਬਲ ਦੀ ਲੇਖਣੀ ਸਮੇਂ ਵਿਗਿਆਨ ਅਤੇ ਪੂਰੀ ਨਹੀਂ ਉਤਰਦੀ, ਲੇਕਿਨ ਫਿਰ ਵੀ ਇਤਨਾ ਵਿਸਥਾਰ ਸਹਿਤ ਫੈਲਾਓ। ਇਹ ਸਿਰਫ ਇਸ ਵਾਸਤੇ ਕਿ ਚਰਚ ਨਿਰੋਲ ਧਾਰਮਿਕ ਮਨੁੱਖਾਂ ਦੇ ਹੱਥਾਂ ਵਿੱਚ ਨੇ।
ਸਾਰਾ ਕੰਟਰੋਲ ਜੋ ਰੋਮ ਦਾ ਪੋਪ ਕਰਦਾ ਹੈ ਨਿਰੋਲ ਧਾਰਮਿਕ ਮਨੁੱਖ ਹੈ। ਦੁਨੀਆ ਦੀਆਂ ਸਾਰੀਆਂ ਸਿਆਸੀ ਤਾਕਤਾਂ ਪੋਪ ਦੇ ਚਰਨਾਂ ਵਿੱਚ ਝੁਕਦੀਆਂ ਨੇ ਔਰ ਪਾਦਰੀਆਂ ਦਾ ਸਨਮਾਨ ਕਰਦੀਆਂ ਨੇ। ਹੈਰਾਨਗੀ ਦੀ ਗੱਲ ਹੈ ਕਿ ਪੋਪ ਜਿਸ ਮੁਲਕ ਵਿੱਚ ਜਾਂਦਾ ਹੈ ਰਾਜਨੀਤਿਕ ਉਸ ਦੀ ਅਗਵਾਈ ਕਰਦੇ ਨੇ। ਅਸੀਂ ਗੁਰਮਤ ਦੀ ਐਸੀ ਰੂਪ ਰੇਖਾ ਨਹੀਂ ਬਣਾ ਸਕਦੇ, ਜਦਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਤੌਰ ਤਰੀਕਾ ਇਸੇ ਤਰ੍ਹਾਂ ਦਾ ਦਿੱਤਾ ਸੀ ਜੋ ਅੱਜ ਈਸਾਈ ਜਗਤ ਨੇ ਅਪਣਾਇਆ ਹੈ। ਦੂਰ ਨਹੀਂ ਜਾਣਾ ਚਾਹੀਦਾ। ਸਵੈਮ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਚਾਰ ਕਰਦੇ ਰਹੇ, ਪਰ ਸੰਤ ਜੋ ਪ੍ਰਚਾਰ ਕਰਦੇ ਨੇ ਜੋ ਕਿ ਪ੍ਰਬੰਧਕ ਵੀ ਸਨ ਭ੍ਰਿਸ਼ਟ ਹੋ ਗਏ ਔਰ ਇਹ ਪ੍ਰਥਾ ਖਤਮ ਕਰਨੀ ਪਈ। ਉਦਾਸੀ ਪ੍ਰਚਾਰਕ ਸਨ, ਪ੍ਰਬੰਧਕ ਸਨ, ਨਿਰਮਲੇ ਪ੍ਰਚਾਰਕ ਸਨ, ਪ੍ਰਬੰਧਕ ਸਨ। ਉਹਨਾਂ ਦੇ ਹੁੰਦਿਆਂ ਸਾਰੇ ਪੰਜਾਬ ਵਿੱਚ ਹਿੰਦੂ ਘਰਾਣੇ ਵਿੱਚ ਇੱਕ ਇੱਕ ਬੱਚਾ ਸਜਾਇਆ ਜਾਂਦਾ ਸੀ ਔਰ ਇਸ ਤਰ੍ਹਾਂ ਸਹਿਜਧਾਰੀਆਂ ਦੀ ਗਿਣਤੀ ਵੱਧ ਰਹੀ ਸੀ। ਸਹਿਜਧਾਰੀ ਉਹ ਜਿਸ ਦੇ ਘਰ ਵਿੱਚ ਇੱਕ ਅੱਧਾ ਬੱਚਾ ਸਿੰਘ ਹੈ, ਬਾਕੀ ਕੇਸਾਧਾਰੀ ਨਹੀਂ ਹਨ। ਇਹ ਤਾਦਾਦ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਸਿਰਫ 5% ਉਦਾਸੀਆਂ ਨੂੰ ਭ੍ਰਿਸ਼ਟ ਦੇਖ ਕੇ ਅਸੀਂ ਇਹ ਗੁਰਮਤ ਦੀ ਚਲਦੀ ਧਾਰਾ ਨੂੰ ਰੋਕਿਆ। ਚਾਹੀਦਾ ਤਾਂ ਇਹ ਸੀ ਕਿ ਇਹ 5% ਠੀਕ ਕੀਤੇ ਜਾਂਦੇ। ਜੈਸੇ ਹੱਥ ਵਿੱਚ ਜ਼ਖਮ ਹੋਵੇ, ਜ਼ਖਮ ਦਾ ਇਲਾਜ ਚਾਹੀਦਾ ਹੈ, ਹੱਥ ਨੂੰ ਨਹੀਂ ਕੱਟਣਾ ਚਾਹੀਦਾ। ਔਰ ਅਸੀਂ ਤਾਂ ਹੱਥ ਕੱਟ ਕੇ ਰੱਖ ਦਿੱਤਾ। ਅੰਜਾਮ ਕੀ ਹੋਇਆ ਕਿ ਪ੍ਰਬੰਧ ਸਾਡੇ ਹੱਥਾਂ ਵਿੱਚ ਆ ਗਿਆ, ਲੇਕਿਨ ਪ੍ਰਚਾਰ ਕਰਨ ਦੀ ਰੂਹ ਰੀਤ ਸਾਡੇ ਵਿੱਚ ਨਹੀਂ ਸੀ। ਤੇ ਹੋਇਆ ਕਿ ਇਹ ਪ੍ਰਬੰਧਕੀ ਢਾਂਚਾ ਨਿਰੋਲ ਰਾਜਨੀਤਿਕ ਹੋ ਕੇ ਰਹਿ ਗਿਆ ਔਰ ਅੱਜ ਇਹ ਬਿਲਕੁਲ ਬਦਨੁਮਾ ਚਿਹਰਾ ਦਿਖਾਈ ਦੇ ਰਿਹਾ ਹੈ। ਜੋ ਕੁਝ ਰਾਜਨੀਤਿਕ ਦੁਨੀਆ ਵਿੱਚ ਫਸਾਦ ਹੁੰਦੇ ਨੇ, ਦੁਸ਼ਟਪੁਣਾ ਹੁੰਦਾ ਹੈ ਔਰ ਨਫ਼ਰਤ ਤੇ ਘਿਰਣਾ ਹੁੰਦੀ ਹੈ, ਉਹੀ ਕੁਝ ਅੱਜ ਗੁਰਦੁਆਰਿਆਂ ਵਿੱਚ ਦਿਖਾਈ ਦੇ ਰਿਹਾ ਹੈ। ਹੈਰਾਨ ਹਾਂ, ਇੱਕ ਗੁਰਦੁਆਰੇ ਦੀ ਦੂਜੇ ਗੁਰਦੁਆਰੇ ਨਾਲ ਨਫ਼ਰਤ। ਇੱਕ ਗੁਰਦੁਆਰੇ ਵਿੱਚ ਕੋਈ ਰਾਗੀ ਆ ਜਾਏ ਤਾਂ ਪ੍ਰਬੰਧਕ ਕਹਿੰਦੇ ਨੇ ਕਿ ਦੂਸਰੇ ਗੁਰਦੁਆਰੇ ਵਿੱਚ ਨਹੀਂ ਜਾਣਾ। ਇਹ ਤਾਂ ਮੈਂ ਵਿਦੇਸ਼ਾਂ ਵਿੱਚ ਖਾਸ ਤੌਰ 'ਤੇ ਦੇਖਦਾ ਰਿਹਾ ਹਾਂ। ਸਿਰਫ ਸਾਡੇ ਗੁਰਦੁਆਰੇ, ਸਾਡਾ ਗੁਰਦੁਆਰਾ, ਇਹ ਤਾਂ ਸਾਡੀ ਪਾਰਟੀ। ਨਿਰੋਲ ਗੰਦੀ ਰਾਜਨੀਤੀ ਸਾਹਮਣੇ ਆ ਰਹੀ ਹੈ। ਰਾਗੀ ਤਾਂ ਮੁਲਾਜ਼ਮ ਹੈ, ਮਾਤਹਿਤ ਹੈ, ਕਮਜ਼ੋਰ ਹੈ ਤੇ ਲਾਚਾਰ ਹੈ। ਇੱਕ ਤਾਂ ਉਸ ਦੀਆਂ ਆਰਥਿਕ ਲੋੜਾਂ, ਦੂਜੇ ਗੁਰਮਤ ਉਸਾਰੂ ਰੁਚੀਆਂ ਦਾ ਨਾ ਹੋਣਾ ਪ੍ਰਬੰਧਕਾਂ ਦੇ ਰਾਜਨੀਤਿਕ ਸੁਭਾਅ ਵਿੱਚ ਹੋਰ ਵਾਧਾ ਕਰਦਾ ਹੈ ਔਰ ਇਹ ਰੋਜ਼ ਬਰੋਜ਼ ਵੱਧਦਾ ਜਾ ਰਿਹਾ ਹੈ। ਅਗਰ ਵਕਤ ਸਿਰ ਹੁਣੇ ਇਸ ਦੀ ਰੋਕਥਾਮ ਨਾ ਕੀਤੀ ਗਈ ਤਾਂ ਥੋੜ੍ਹਾ ਬਹੁਤੀ ਜੋ ਕਿਧਰੇ ਕਿਧਰੇ ਗੁਰਮਤ ਦੀ ਰੋਸ਼ਨੀ ਪ੍ਰਗਟ ਹੋ ਰਹੀ ਹੈ, ਇਸ 'ਤੇ ਵੀ ਇਹ ਬਦਲੀਆਂ ਦੀ ਤਰ੍ਹਾਂ ਛਾ ਜਾਣਗੇ, ਕਿਉਂਕਿ ਇਹ ਪਹਿਲੇ ਹੀ ਕਾਲੀਆਂ ਘਟਾਵਾਂ ਬਣ ਕੇ ਛਾਏ ਹੋਏ ਨੇ ਔਰ ਇਹ ਥੋੜ੍ਹੀ ਬਹੁਤ ਰੋਸ਼ਨੀ ਨੂੰ ਵੀ ਮੱਧਮ ਕਰ ਸਕਦੇ ਨੇ। ਕ੍ਰਾਂਤੀ ਦੀ ਰੂਪ ਰੇਖਾ ਨਿਰੋਲ ਧਾਰਮਿਕ ਹੋਵੇ, ਇਸ ਦੇ ਲਈ ਸਵੈਮ ਧਾਰਮਿਕ ਹੋਣਾ ਬੜਾ ਲਾਜ਼ਮੀ ਹੈ। ਜਪ ਤਪ ਕਰਦਿਆਂ ਥੋੜ੍ਹੀ ਬਹੁਤ ਰੱਬੀ ਰਸ ਦੀ ਝਲਕ ਮਿਲੇ, ਮਨ ਦੀ ਇਕਾਗਰਤਾ ਹੋਵੇ, ਰੂਹਾਨੀਅਤ ਦਾ ਆਨੰਦ ਆਉਣਾ ਆਰੰਭ ਹੋਵੇ, ਤਾਂ ਹੀ ਇਸ ਕ੍ਰਾਂਤੀ ਦੀ ਲਹਿਰ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਦੂਸਰਿਆਂ ਲਈ ਇਸ ਵਿੱਚ ਆਉਣਾ ਯੋਗ ਨਹੀਂ ਹੈ, ਨਹੀਂ ਤਾਂ ਫਿਰ ਜੋ ਭ੍ਰਿਸ਼ਟਪੁਣਾ ਰਾਜਨੀਤਿਕ ਦੁਨੀਆ ਵਿੱਚ ਹੈ ਇੱਥੇ ਵੀ ਪੈਦਾ ਹੋ ਜਾਏਗਾ। ਅਭਿਆਸੀ ਮਨੁੱਖ ਹੀ ਅਭਿਆਸੀ ਨੂੰ ਸਮਝ ਸਕਦਾ ਹੈ, ਨਾਮ ਰਸਿਕ ਨੂੰ ਨਾਮ ਰਸਿਕ ਸਮਝ ਸਕਦਾ ਹੈ। ਜੈਸੇ ਇੱਕ ਬੱਚਾ ਜਵਾਨ ਨੂੰ ਨਹੀਂ ਸਮਝ ਸਕਦਾ, ਜਵਾਨ ਤਾਂ ਜਵਾਨ ਨੂੰ ਸਮਝ ਸਕਦਾ ਹੈ। ਜੈਸੇ ਇੱਕ ਜਵਾਨ ਤਾਂ ਬੁਢੇਪੇ ਨੂੰ ਨਹੀਂ ਸਮਝ ਸਕਦਾ, ਪਰ ਇੱਕ ਬੁੱਢਾ ਤਾਂ ਬੁਢੇਪੇ ਨੂੰ ਸਮਝ ਸਕਦਾ ਹੈ। ਇਸੇ ਤਰ੍ਹਾਂ ਨਾਮ ਅਭਿਆਸੀ ਨੂੰ ਸਮਝ ਸਕਦਾ ਹੈ। ਰਸਿਕ ਪੁਰਸ਼ ਰੂਹਾਨੀ ਥਲ ਰੱਖਣ ਵਾਲਾ, ਮਨ ਦੀ ਇਕਾਗਰਤਾ ਰੱਖਣ ਵਾਲਾ ਮਨੁੱਖ ਇਸ ਤਰ੍ਹਾਂ ਦੇ ਮਨੁੱਖ ਨੂੰ ਸਮਝ ਸਕਦਾ ਹੈ। ਐਸੇ ਪੁਰਸ਼ਾਂ ਦਾ ਪ੍ਰਥਮ ਰੂਪ ਵਿੱਚ ਸੰਗਠਨ ਚਾਹੀਦਾ ਹੈ ਔਰ ਵਾਕਈ ਇਹ ਸੰਗਠਨ ਹੋ ਗਏ ਤਾਂ ਕ੍ਰਾਂਤੀ ਲਾਜ਼ਮੀ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਵੇਗੀ। ਬਦਕਿਸਮਤੀ ਇਹ ਹੈ ਕਿ ਦੁਸ਼ਟ ਸੰਗਠਿਤ ਨੇ, ਸੱਜਣ ਸੰਗਠਿਤ ਨਹੀਂ। ਰਾਜਨੀਤਿਕ ਸੰਗਠਨ ਨੇ, ਨਾਮ ਰਸਿਕ ਸੰਗਠਿਤ ਨਹੀਂ। ਰਾਜਨੀਤਿਕ ਇਸ ਵਾਸਤੇ ਸੰਗਠਿਤ ਹੈ ਕਿ ਉਹ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚਣ ਲਈ ਉਸੇ ਤਰ੍ਹਾਂ ਦੀ ਬਿਰਤੀ ਦੇ ਮਨੁੱਖਾਂ ਦਾ ਆਸਰਾ ਚਾਹੁੰਦਾ ਹੈ ਔਰ ਜਿਹੜਾ ਆਸਰਾ ਬਣਦਾ ਹੈ ਉਹ ਵੀ ਉਸੇ ਮੰਜ਼ਿਲ ਦਾ ਮੁਤਲਾਸ਼ੀ ਹੈ। ਉਹ ਸੰਗਠਿਤ ਨੇ ਇਹ ਲੋਕ, ਲੇਕਿਨ ਨਾਮ ਅਭਿਆਸੀ ਨੂੰ, ਨਾਮ ਰਸਿਕ ਨੂੰ ਜਦੋਂ ਰਸ ਮਿਲਣਾ ਆਰੰਭ ਹੋ ਜਾਂਦਾ ਹੈ ਤਾਂ ਉਹ ਸੰਗਠਿਤ ਨਹੀਂ ਹੁੰਦਾ, ਸਗੋਂ ਗੁੰਮਨਾਮ ਹੋ ਜਾਂਦਾ ਹੈ, ਛੁਪ ਜਾਂਦਾ ਹੈ ਔਰ ਐਸਾ ਹੋਣਾ ਸੁਭਾਵਿਕ ਹੀ ਹੁੰਦਾ ਹੈ।
ਪਰ ਜਿੱਥੇ ਕੌਮ ਦਾ ਸਵਾਲ ਹੋਵੇ, ਗੁਰੂ ਨਾਨਕ ਦੇ ਬਗੀਚੇ ਗੁਰਮਤਿ ਦਾ ਸਵਾਲ ਹੋਵੇ, ਉੱਥੇ ਨਾਮ ਅਭਿਆਸੀਆਂ ਨੂੰ ਸੰਗਠਿਤ ਹੋਣਾ ਚਾਹੀਦਾ ਹੈ, ਰਸਿਕ ਪੁਰਸ਼ਾਂ ਨੂੰ ਸੰਗਠਿਤ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਇਸ ਕ੍ਰਾਂਤੀ ਨੂੰ ਪਾਇਆ ਇਹ ਤਕਮੀਲ ਤੱਕ ਲੈ ਜਾ ਸਕੀਏ। ਸਾਰੇ ਗੁਰਦੁਆਰੇ ਨਿਰੋਲ ਨਾਮ ਅਭਿਆਸੀ ਚਲਾਉਣ। ਇਹਨਾਂ ਦਾ ਬਕਾਇਦਾ ਜੋ ਕੇਂਦਰੀ ਸਥਾਨ ਹੋਵੇ, ਉਸ ਦਾ ਮੁਖੀਆ ਭੋਗ ਤੋਂ ਵੀ ਉੱਚੀ ਹਸਤੀ ਰੱਖਦਾ ਹੋਵੇ, ਔਰ ਉਸ ਕੋਲ ਪਵਿੱਤਰਤਾ ਹੋਵੇ, ਰੱਬੀ ਰਸ ਦੀ ਧਾਰਾ ਹੋਵੇ, ਨਿਰਵੈਰਤਾ ਹੋਵੇ, ਪਿਆਰ ਦਾ ਭਰਿਆ ਹੋਇਆ ਹਿਰਦਾ ਹੋਵੇ, ਤਾਂ ਕਿ ਅਸੀਂ ਇਹਨਾਂ ਗੁਰਦੁਆਰਿਆਂ ਦੇ ਆਸਰੇ ਦੇਸ਼ ਤੇ ਵਿਦੇਸ਼ ਨੂੰ ਗੁਰਮਤਿ ਦੀ ਵਗਦੀ ਇਸ ਗਿਆਨ ਗੰਗਾ ਵਿੱਚ ਇਸ਼ਨਾਨ ਕਰਾ ਕੇ ਪਵਿੱਤਰ ਕਰ ਸਕੀਏ। ਦਾ ਇਹ ਅੰਮ੍ਰਿਤ ਰਸ ਹਰ ਇੱਕ ਦੀ ਜ਼ਿੰਦਗੀ ਵਿੱਚ ਉਡੇਲ ਸਕੀਏ, ਹਰ ਇੱਕ ਦਾ ਸਹੀ ਢੰਗ ਨਾਲ ਮਾਰਗਦਰਸ਼ਨ ਕਰ ਸਕੀਏ। ਔਰ ਇਹ ਜੋ ਇੱਕ ਸੁਪਨਾ ਹੈ ਕਿ ਸੱਤਾ ਸੱਤਵਾਦੀ ਦੇ ਹੱਥ ਵਿੱਚ ਹੋਵੇ, ਤਾਂ ਕਿ ਕੋਈ ਆਕੀ ਨਾ ਹੋਏ, ਦੁਖੀ ਨਾ ਹੋਵੇ, ਉਸ ਨੂੰ ਸਾਕਾਰ ਕਰ ਸਕੀਏ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਜਦ ਕੋਈ ਖਾਲਸਾ ਹੀ ਨਹੀਂ ਹੈ, ਰਾਜ ਆ ਵੀ ਗਿਆ, ਲੋਕੀ ਆਕੀ ਰਹਿਣਗੇ ਔਰ ਬੇਇਨਸਾਫੀਆਂ ਚੱਲਦੀਆਂ ਰਹਿਣਗੀਆਂ। ਖਾਲਸਾ ਖਾਲਿਸ ਤਾਂ ਹੀ ਹੋ ਸਕਦਾ ਹੈ ਜੇ ਉਹ ਨਾਮ ਅਭਿਆਸੀ ਹੋਵੇ, ਜੇ ਨਿਰਵੈਰਤਾ ਦੇ ਜਜ਼ਬਿਆਂ ਵਿੱਚ ਡੁੱਬਿਆ ਹੋਇਆ ਹੋਵੇ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।